ਦੋਸਤੋ, ਅੱਜ ਦੀ ਇਹ ਕਹਾਣੀ ਇੱਕ ਐਸੇ ਸ਼ਖਸ ਦੇ ਬਾਰੇ ਹੈ ਜੋ ਅੰਗਰੇਜ਼ੀ ਹਕੂਮਤ ਦੇ ਵਿੱਚ ਇੱਕ ਡਿਪਟੀ ਕਲੈਕਟਰ ਦੇ ਤੌਰ ਤੇ ਕੰਮ ਕਰਦਾ ਸੀ। ਲੇਕਿਨ ਫਿਰ ਉਹਦੀ ਜ਼ਿੰਦਗੀ ਵਿੱਚ ਇੱਕ ਐਸੀ ਘਟਨਾ ਘਟੀ ਕਿ ਉਹਨੇ ਕਲੈਕਟਰੀ ਛੱਡਤੀ ਤੇ ਇੱਕ ਫਕੀਰ ਬਣ ਗਿਆ। ਖਟਖਟਾ ਬਾਬਾ ਦੀ ਇਹ ਕਹਾਣੀ ਸ਼ੁਰੂ ਹੁੰਦੀ ਹੈ ਸਨ 1905 ਵਿੱਚ। ਉੱਤਰ ਪ੍ਰਦੇਸ਼ ਦਾ ਇਟਾਵਾ ਸ਼ਹਿਰ, ਜਿਹਦੇ ਡਿਪਟੀ ਕਲੈਕਟਰ ਹੁੰਦੇ ਸੀਗੇ ਸਪਰੂ ਸਾਹਿਬ। ਵੈਸੇ ਤੇ ਉਹਨਾਂ ਦਾ ਅਸਲੀ ਨਾਮ ਪੰਡਿਤ ਸ਼ਿਵ ਪ੍ਰਸਾਦ ਚੌਧਰੀ ਸੀ। ਉਹ ਮੂਲ ਰੂਪ ਤੋਂ ਕਸ਼ਮੀਰੀ ਪੰਡਿਤ ਸੀਗੇ। ਸਾਰੇ ਲੋਕੀ ਉਹਨਾਂ ਨੂੰ ਮਿਸਟਰ ਸਪਰੂ ਦੇ ਨਾਮ ਤੋਂ ਜਾਣਦੇ ਸੀ। ਮਿਸਟਰ ਸਪਰੂ ਜਦੋਂ ਸਾਰਾ ਦਿਨ ਆਪਣਾ ਕੰਮ ਖਤਮ ਕਰਨ ਤੋਂ ਬਾਅਦ ਰਾਤੀ 10 ਵਜੇ ਆਪਣੇ ਘਰ ਆਉਂਦੇ ਸੀ। ਉਹਨਾਂ ਦਾ ਇੱਕ ਸਹਾਇਕ ਹੁੰਦਾ ਸੀ ਜਿਹਦਾ ਨਾਮ ਸੀ ਮਨੋਹਰ। ਜਦੋਂ ਵੀ ਸਪਰੂ ਸਾਹਿਬ ਆਪਣੇ ਘਰ ਵਿੱਚ ਆਉਂਦੇ, ਮਨੋਹਰ ਉਹਨਾਂ ਦੀ ਸੇਵਾ ਵਿੱਚ ਲੱਗ ਜਾਂਦਾ। ਮਨੋਹਰ ਉਹਨਾਂ ਦੇ ਨਹਾਣੇ ਧੋਣੇ, ਖਾਣੇ ਪੀਣੇ ਦਾ ਸਾਰਾ ਪ੍ਰਬੰਧ ਕਰਦਾ। ਜਦੋਂ ਸਪਰੂ ਸਾਹਿਬ ਦੇ ਸੋਣੇ ਦਾ ਸਮੇਂ ਹੋ ਜਾਂਦਾ ਤਾਂ ਮਨੋਹਰ ਆਪਣੇ ਮਾਲਿਕ ਦੇ ਪੈਰ ਦਬਾਉਂਦਾ ਸੀ। ਉਸ ਦਿਨ ਵੀ ਸਪਰੂ ਸਾਹਿਬ ਸੌਣ ਲਈ ਆ ਚੁੱਕੇ ਸੀ। ਮਨੋਹਰ ਉਹਨਾਂ ਦੇ ਪੈਰ ਦਬਾ ਰਿਹਾ ਸੀ। ਸਪਰੂ ਸਾਹਿਬ ਨੇ ਕਿਹਾ, ਮਨੋਹਰ, ਅੱਜ ਤੂੰ ਮੈਨੂੰ ਕੋਈ ਕਹਾਣੀ ਸੁਣਾ। ਮਨੋਹਰ ਕਹਿਣ ਲੱਗਾ, ਸਾਹਿਬ, ਮੈਂ ਕਹਾਣੀ ਤੇ ਤੁਹਾਨੂੰ ਸੁਣਾ ਦਾਂਗਾ, ਪਰ ਐਸਾ ਨਾ ਹੋਵੇ ਕਿ ਮੈਂ ਕਹਾਣੀ ਸੁਣਾਉਂਦਾ ਰਹਾਂ ਤੇ ਤੁਸੀਂ ਸੋ ਜਾਓ। ਇਸ ਵਾਸਤੇ ਮੇਰੀ ਦਰਖਾਸਤ ਹੈ ਕਿ ਤੁਸੀਂ ਵਿੱਚ ਹੂੰ ਕਰਦੇ ਰਹਿਣਾ, ਤਾਂ ਕਿ ਮੈਨੂੰ ਪਤਾ ਲੱਗਦਾ ਰਹੇ ਕਿ ਤੁਸੀਂ ਕਹਾਣੀ ਸੁਣ ਰਹੇ ਹੋ। ਇਸ ਤੋਂ ਬਾਅਦ ਮਨੋਹਰ ਨੇ ਕਹਾਣੀ ਸੁਣਾਉਣਾ ਸ਼ੁਰੂ ਕੀਤੀ। ਇੱਕ ਵਾਰ ਦੀ ਗੱਲ ਹੈ, ਇੱਕ ਬੜੀ ਹੀ ਵੱਡੀ ਸਲਤਨਤ ਵਿੱਚ ਇੱਕ ਰਾਜਕੁਮਾਰੀ ਰਹਿੰਦੀ ਸੀ। ਸੁਭਾਅ ਤੋਂ ਉਹ ਰਾਜਕੁਮਾਰੀ ਬੜੀ ਹੀ ਘਮੰਡੀ ਸੀ। ਉਸ ਦੇ ਮਹਿਲ ਦੇ ਵਿੱਚ ਦਰਜਨੋਂ ਦਾਸੀਆਂ ਸੀ। ਰਾਜਕੁਮਾਰੀ ਬੜੀ ਹੀ ਹੁਸ਼ਿਆਰੀ ਦੇ ਨਾਲ ਸਾਰੀ ਦਾਸੀਆਂ ਤੋਂ ਜੀ ਤੋੜ ਕੰਮ ਕਰਵਾਉਂਦੀ ਸੀ। ਉਸ ਰਾਜਕੁਮਾਰੀ ਦੀ ਇੱਕ ਖਾਸ ਦਾਸੀ ਸੀ ਜੋ ਉਸ ਰਾਜਕੁਮਾਰੀ ਦੇ ਬਿਸਤਰ ਨੂੰ ਰੋਜ਼ਾਨਾ ਸਾਫ਼ ਸੁਥਰਾ ਕਰਦੀ, ਸਜਾਉਂਦੀ ਤੇ ਉਸ ਤੇ ਇਤਰ ਛਿੜਕਦੀ। ਨਾਲ ਹੀ ਉਹ ਰੋਜ਼ਾਨਾ ਰਾਜਕੁਮਾਰੀ ਦਾ ਕਮਰਾ ਵੀ ਸਜਾਉਂਦੀ ਸੀ। ਇੱਕ ਦਿਨ ਦੀ ਗੱਲ ਹੈ, ਪੂਰੇ ਨਗਰ ਦੇ ਵਿੱਚ ਜਲਸਾ ਮਨਾਉਣ ਦੀ ਤਿਆਰੀਆਂ ਚੱਲ ਰਹੀ ਸੀ। ਸਾਰੀ ਹੀ ਦਾਸੀਆਂ ਦੇ ਕੋਲ ਬੜੇ ਹੀ ਕੰਮ ਸੀ। ਇਸ ਦਾਸੀ ਨੂੰ ਵੀ ਸਾਹ ਲੈਣ ਤੱਕ ਦੀ ਫੁਰਸਤ ਨਹੀਂ ਸੀ। ਉਹਨੇ ਆਪਣੇ ਸਾਰੇ ਕੰਮ ਖਤਮ ਕੀਤੇ ਤੇ ਰਾਜਕੁਮਾਰੀ ਦੇ ਕਮਰੇ ਦੇ ਵਿੱਚ ਸਜਾਵਟ ਕਰਨ ਵਾਸਤੇ ਪਹੁੰਚ ਗਈ। ਬਹੁਤ ਜ਼ਿਆਦਾ ਥਕੇ ਹੋਣ ਦੇ ਬਾਵਜੂਦ ਵੀ ਉਸ ਦਾਸੀ ਨੇ ਰਾਜਕੁਮਾਰੀ ਦਾ ਕਮਰਾ ਬੜਾ ਹੀ ਚੰਗਾ ਸਜਾਇਆ। ਫਿਰ ਉਸ ਨੇ ਬਿਸਤਰ ਤੇ ਇਤਰ ਵੀ ਛਿੜਕਤਾ। ਆਪਣੇ ਹੱਥੋਂ ਕੀਤੇ ਹੋਏ ਕੰਮ ਨੂੰ ਦੇਖ ਕੇ ਉਹ ਦਾਸੀ ਬੜੀ ਹੀ ਖੁਸ਼ ਹੋ ਰਹੀ ਸੀ। ਉਹਨੇ ਸੋਚਿਆ ਕਿ ਅੱਜ ਤੇ ਰਾਜਕੁਮਾਰੀ ਮੇਰੇ ਕੰਮ ਤੋਂ ਬੜੀ ਖੁਸ਼ ਹੋ ਜਾਏਗੀ। ਫਿਰ ਉਸ ਦੇ ਮਨ ਵਿੱਚ ਇਹ ਖਿਆਲ ਆਇਆ ਕਿ ਕਿਉਂ ਨਾ ਮੈਂ ਵੀ ਇੱਕ ਵਾਰ ਇਸ ਬਿਸਤਰ ਤੇ ਸਿਰ ਰੱਖ ਕੇ ਦੇਖ ਲਵਾਂ ਕਿ ਇਹਦੇ ਤੇ ਸੋ ਕੇ ਕਿੱਦਾਂ ਦਾ ਮਹਿਸੂਸ ਹੁੰਦਾ ਹੈ। ਦਾਸੀ, ਜੋ ਕਿ ਬਹੁਤ ਹੀ ਥਕੀ ਹੋਈ ਸੀ, ਨਾਲੇ ਕਮਰੇ ਵਿੱਚ ਠੰਡੀ ਠੰਡੀ ਹਵਾ ਇੱਕ ਲੋਰੀ ਦਾ ਕੰਮ ਕਰ ਰਹੀ ਸੀ। ਜਿਵੇਂ ਹੀ ਉਹ ਦਾਸੀ ਬਿਸਤਰ ਤੇ ਲੇਟ ਗਈ, ਉਸ ਨੂੰ ਪਤਾ ਵੀ ਨਾ ਚੱਲਿਆ ਕਿ ਕਦੋਂ ਉਹਨੂੰ ਨੀਂਦ ਆ ਗਈ। ਦਾਸੀ ਨੂੰ ਬਿਸਤਰ ਤੇ ਲੇਟੇ ਹੋਏ ਕੁਝ ਹੀ ਮਿੰਟ ਬੀਤੇ ਸੀ ਕਿ ਰਾਜਕੁਮਾਰੀ ਆਪਣੇ ਕਮਰੇ ਵਿੱਚ ਆ ਗਈ। ਜਦੋਂ ਰਾਜਕੁਮਾਰੀ ਨੇ ਦੇਖਿਆ ਕਿ ਇੱਕ ਮਾਮੂਲੀ ਜੀ ਦਾਸੀ ਉਹਦੇ ਬਿਸਤਰ ਤੇ ਸੋ ਰਹੀ ਹੈ ਤੇ ਰਾਜਕੁਮਾਰੀ ਨੇ ਆਪਣਾ ਆਪਾ ਖੋ ਦਿੱਤਾ। ਰਾਜਕੁਮਾਰੀ ਦੇ ਹੰਕਾਰ ਨੂੰ ਬੜੀ ਹੀ ਠੇਸ ਲੱਗੀ ਸੀ। ਉਹ ਜ਼ੋਰ ਦੇ ਨਾਲ ਚਿল্ਲਾਈ, ਮੇਰੇ ਬਿਸਤਰ ਤੇ ਕੌਣ ਸੋਇਆ ਹੈ? ਦਾਸੀ, ਤੇਰੀ ਕੀ ਔਕਾਤ ਕਿ ਤੂੰ ਮੇਰੇ ਬਿਸਤਰ ਤੇ ਸੋਏ? ਤੇਰੇ ਜੈਸੀ ਨੂੰ ਮੇਰੇ ਕਮਰੇ ਵਿੱਚ ਆਉਣ ਦੀ ਇਜਾਜ਼ਤ ਹੈ, ਬਸ ਇੰਨਾ ਹੀ ਕਾਫੀ ਹੈ। ਹੋਰ ਤੂੰ ਮੇਰੇ ਬਿਸਤਰ ਤੇ ਲੇਟ ਗਈ? ਐਸਾ ਕਰਨ ਦੀ ਤੇਰੀ ਹਿੰਮਤ ਕਿਵੇਂ ਹੋਈ? ਤੈਨੂੰ ਹੁਣੇ ਇਸੇ ਵਕਤ 60 ਕੋੜੇ ਮਾਰੇ ਜਾਣਗੇ। ਰਾਜਕੁਮਾਰੀ ਦਾ ਫਰਮਾਨ ਸੁਣਦੇ ਹੀ ਦਾਸੀ ਦਾ ਖੂਨ ਸੁੱਕ ਗਿਆ। ਉਹ ਰਾਜਕੁਮਾਰੀ ਦੇ ਪੈਰਾਂ 'ਚ ਡਿੱਗ ਪਈ ਤੇ ਆਪਣੀ ਜਾਨ ਦੀ ਸਲਾਮਤੀ ਮੰਗਣ ਲੱਗੀ। ਕਹਿਣ ਲੱਗੀ, ਰਾਜਕੁਮਾਰੀ ਜੀ, ਮੈਂ 60 ਕੋੜਿਆਂ ਦਾ ਦਰਦ ਨਹੀਂ ਸਹਿ ਪਾਵਾਂਗੀ। ਮੈਨੂੰ ਮਾਫ ਕਰ ਦਿਓ। ਮੇਰੇ ਤੋਂ ਬੜੀ ਭਾਰੀ ਗਲਤੀ ਹੋ ਗਈ। ਮੇਰੀ ਮਨਸ਼ਾ ਤੁਹਾਡੇ ਬਿਸਤਰ ਤੇ ਸੌਣ ਦੀ ਬਿਲਕੁਲ ਵੀ ਨਹੀਂ ਸੀ। ਅਣਜਾਣੇ ਵਿੱਚ ਮੇਰੇ ਤੋਂ ਇਹ ਗਲਤੀ ਹੋ ਗਈ। ਮੈਨੂੰ ਮਾਫ ਕਰ ਦਿਓ। ਪਰ ਰਾਜਕੁਮਾਰੀ ਦੇ ਹੰਕਾਰ ਦੇ ਕਾਰਨ ਉਹ ਸਮਝ ਨਹੀਂ ਪਾ ਰਹੀ ਸੀ ਕਿ ਇਸ ਗਲਤੀ ਦੀ ਉਹ ਕਿੰਨੀ ਵੱਡੀ ਸਜ਼ਾ ਦੇਣ ਜਾ ਰਹੀ ਸੀ। ਰਾਜਕੁਮਾਰੀ ਦੇ ਹੁਕਮ ਦੇ ਅਨੁਸਾਰ ਕੋੜੇ ਮਾਰਨਾ ਸ਼ੁਰੂ ਕੀਤੇ ਗਏ। ਦਰਦ ਦੇ ਕਾਰਨ ਦਾਸੀ ਕਰਾਹ ਰਹੀ ਸੀ। ਜਦੋਂ ਦਰਦ ਉਸਦੀ ਬਰਦਾਸ਼ਤ ਤੋਂ ਬਾਹਰ ਹੋ ਗਿਆ ਤਾਂ ਉਸਨੇ ਚੀਖਣਾ ਚਿল্ਲਾਣਾ ਸ਼ੁਰੂ ਕਰਤਾ। ਦਾਸੀ ਦੀ ਐਸੀ ਹਾਲਤ ਦੇਖ ਕੇ ਵੀ ਰਾਜਕੁਮਾਰੀ ਨੂੰ ਉਸ ਤੇ ਬਿਲਕੁਲ ਵੀ ਤਰਸ ਨਹੀਂ ਆਇਆ। ਜਦੋਂ ਲਗਭਗ ਉਸ ਨੂੰ 30 ਕੋੜੇ ਪੈ ਚੁੱਕੇ ਤਾਂ ਅਚਾਨਕ ਉਸ ਦਾਸੀ ਨੇ ਹੱਸਣਾ ਸ਼ੁਰੂ ਕਰਤਾ। ਉਹਦੀ ਹੱਸੀ ਸੁਣ ਕੇ ਸਾਰੇ ਲੋਕ ਹੈਰਾਨ ਰਹਿ ਗਏ।
ਦਾਸੀ ਨੂੰ ਏਦਾਂ ਹੱਸਦੇ ਦੇਖ ਕੇ ਰਾਜਕੁਮਾਰੀ ਨੇ ਉਹਦੇ ਤੋਂ ਹੱਸਣੇ ਦਾ ਕਾਰਨ ਪੁੱਛਿਆ ਤਾਂ ਦਾਸੀ ਕਹਿਣ ਲੱਗੀ, ਰਾਜਕੁਮਾਰੀ ਜੀ, ਜਦੋਂ ਮੈਨੂੰ ਪਹਿਲੇ 30 ਕੋੜੇ ਪਏ ਤਾਂ ਮੈਂ ਦਰਦ ਦੇ ਮਾਰੇ ਰੋਂਦੀ ਹੋਰ ਚਿল্ਲਾਂਦੀ ਪਈ ਸੀ। ਲੇਕਿਨ ਉਸ ਤੋਂ ਬਾਅਦ ਮੈਨੂੰ ਇਹ ਖਿਆਲ ਆਇਆ ਕਿ ਮੈਂ ਤਾਂ ਭੁੱਲ ਭੁਲੇਖੇ ਨਾਲ ਕੁਝ ਪਲ ਦੇ ਵਾਸਤੇ ਇਸ ਬਿਸਤਰ ਤੇ ਸੋ ਗਈ ਸੀ ਤਾਂ ਰੱਬ ਨੇ ਮੈਨੂੰ 60 ਕੋੜੇ ਮਾਰਨ ਦੀ ਸਜ਼ਾ ਦਿੱਤੀ। ਪਰ ਤੁਸੀਂ ਤਾਂ ਨਾ ਜਾਣੇ ਕਿੰਨੇ ਦਿਨਾਂ ਤੋਂ ਇਸ ਬਿਸਤਰ ਤੇ ਸੌਂਦੀ ਪਈ ਹੋ। ਮੈਨੂੰ ਤੇ ਗਲਤੀ ਨਾਲ ਇਸ ਬਿਸਤਰ ਤੇ ਝਪਕੀ ਆ ਗਈ ਸੀ ਤਾਂ ਮੈਨੂੰ ਇੰਨੀ ਵੱਡੀ ਸਜ਼ਾ ਮਿਲੀ। ਪਰ ਰਾਜਕੁਮਾਰੀ ਤੇ ਕਈ ਸਾਲਾਂ ਤੋਂ ਇਸ ਬਿਸਤਰ ਤੇ ਸੋ ਰਹੀ ਹੈ ਤੇ ਇਸ ਨੂੰ ਨਾ ਜਾਣੇ ਇਸ ਗੱਲ ਦੀ ਕਿੰਨੀ ਵੱਡੀ ਸਜ਼ਾ ਮਿਲੇਗੀ। ਬਸ ਇਹੀ ਗੱਲ ਸੋਚ ਕੇ ਮੇਰਾ ਹਾਸਾ ਛੁੱਟ ਗਿਆ। ਉੱਪਰ ਵਾਲੇ ਨੇ ਨਾ ਜਾਣੇ ਰਾਜਕੁਮਾਰੀ ਲਈ ਕਿਸ ਤਰ੍ਹਾਂ ਦੀ ਸਜ਼ਾ ਮੁਕਰਰ ਕੀਤੀ ਹੈ। ਇੱਧਰ ਮਨੋਹਰ ਹਜੇ ਆਪਣੀ ਕਹਾਣੀ ਪੂਰੀ ਵੀ ਨਹੀਂ ਕਰ ਪਾਇਆ ਸੀ ਕਿ ਸਪਰੂ ਸਾਹਿਬ ਪਰੇਸ਼ਾਨ ਜੇ ਹੋ ਗਏ ਤੇ ਆਪਣੇ ਕਮਰੇ ਚੋਂ ਬਾਹਰ ਨਿਕਲ ਗਏ। ਮਨੋਹਰ ਉਹਨਾਂ ਦੇ ਪਿੱਛੇ ਪਿੱਛੇ ਨਸਿਆ। ਆਪਣੇ ਮਾਲਿਕ ਨੂੰ ਪੁੱਛਣ ਲੱਗਿਆ, ਸਾਹਿਬ ਜੀ, ਮੈਂ ਕੁਝ ਗਲਤ ਕਹਿਤਾ? ਅਗਰ ਮੇਰੇ ਤੋਂ ਕੋਈ ਗਲਤੀ ਹੋ ਗਈ ਹੈ ਤਾਂ ਮੈਨੂੰ ਮਾਫ ਕਰ ਦਿਓ। ਫਿਰ ਸਾਹਿਬ ਨੇ ਕਿਹਾ, ਨਹੀਂ ਮਨੋਹਰ, ਤੂੰ ਕੁਝ ਵੀ ਗਲਤ ਨਹੀਂ ਕਿਹਾ, ਬਲਕਿ ਤੂੰ ਤਾਂ ਮੇਰੀ ਅੱਖਾਂ ਖੋਲ ਦਿੱਤੀ ਹੈ। ਉਹ ਦਾਸੀ ਨੇ ਕਿਹਾ ਸੀ ਕਿ ਉੱਪਰ ਵਾਲੇ ਨੇ ਰਾਜਕੁਮਾਰੀ ਵਾਸਤੇ ਨਾ ਜਾਣੇ ਕਿਹੜੀ ਸਜ਼ਾ ਸੋਚੀ ਹੈ। ਸਜ਼ਾ ਦੇਣ ਵਾਲਾ ਵੀ ਇਹ ਨਹੀਂ ਜਾਣਦਾ ਕਿ ਉਹਦੇ ਵਾਸਤੇ ਵੀ ਇੱਕ ਵੱਡੀ ਸਜ਼ਾ ਮੁਕਰਰ ਹੋ ਗਈ ਹੈ। ਬਸ ਇਹੀ ਗੱਲ ਮੇਰੇ ਦਿਲ ਨੂੰ ਛੂ ਗਈ। ਮੈਂ ਆਪਣੀ ਸਾਰੀ ਜ਼ਿੰਦਗੀ ਹੋਰ ਕੀਤਾ ਹੀ ਕੀ ਹੈ। ਮੈਂ ਤਾਂ ਅੰਗਰੇਜ਼ਾਂ ਦਾ ਚਾਕਰ ਬਣ ਕੇ ਇਨਸਾਨੀਅਤ ਦੇ ਖਿਲਾਫ ਹੀ ਕੰਮ ਕੀਤਾ ਹੈ। ਮੇਰੇ ਵਾਸਤੇ ਵੀ ਉੱਪਰ ਵਾਲੇ ਨੇ ਨਾ ਜਾਣੇ ਕੈਸੀ ਸਜ਼ਾ ਸੋਚੀ ਹੋਏਗੀ। ਮਨੋਹਰ ਕੁਝ ਵੀ ਸਮਝ ਨਹੀਂ ਸਕਿਆ, ਲੇਕਿਨ ਸਪਰੂ ਸਾਹਿਬ ਸਭ ਕੁਝ ਸਮਝ ਚੁੱਕੇ ਸੀ। ਇਸ ਘਟਨਾ ਤੋਂ ਬਾਅਦ ਉਹਨਾਂ ਨੇ ਨੌਕਰੀ ਛੱਡਤੀ ਤੇ ਸੰਨਿਆਸ ਲੈ ਲਿਆ। ਅਗਲੇ ਦਿਨ ਸਵੇਰੇ ਉੱਠੇ, ਇੱਕ ਸੋਟਾ, ਇੱਕ ਲੋਟਾ, ਇੱਕ ਲੰਗੋਟੀ, ਇੱਕ ਜੋੜਾ ਖੜਾਊਂ ਤੇ ਇੱਕ ਗਮਛਾ ਲੈ ਕੇ ਉਹ ਆਪਣੇ ਘਰ ਤੋਂ ਨਿਕਲ ਗਏ। ਉਹ ਜਮਨਾ ਨਦੀ 'ਚ ਘੰਟੋਂ ਨਹਾਉਂਦੇ। ਭਿਕਸ਼ਾ ਵਿੱਚ ਜੋ ਵੀ ਅੰਨ ਮਿਲਦਾ ਉਹ ਜਮਨਾ ਨਦੀ ਦੇ ਕਿਨਾਰੇ ਬੱਸੇ ਹੋਏ ਪਸ਼ੂ ਪਕਸ਼ੀਆਂ ਨਾਲ ਵੰਡ ਕੇ ਖਾਂਦੇ। ਫਿਰ ਜੰਗਲ 'ਚ ਜਾ ਕੇ ਪੂਰਾ ਦਿਨ ਧਿਆਨ ਸਾਧਨਾ ਕਰਦੇ। ਜਦੋਂ ਉਹ ਤੁਰਦੇ ਤੇ ਉਹਨਾਂ ਦੇ ਖੜਾਊਂ 'ਚੋਂ ਖਟ-ਖਟ ਦੀ ਆਵਾਜ਼ ਆਂਦੀ ਸੀ। ਇਸੀ ਵਾਸਤੇ ਆਸ-ਪਾਸ ਦੇ ਲੋਕਾਂ ਨੇ ਉਹਨਾਂ ਦਾ ਨਾਮ ਖਟਖਟਾ ਬਾਬਾ ਰੱਖਤਾ। ਅੱਜ ਵੀ ਉਹ ਖਟਖਟਾ ਬਾਬਾ ਦੇ ਨਾਮ ਤੋਂ ਜਾਣੇ ਜਾਂਦੇ ਹੈ। ਯਮੁਨਾ ਨਦੀ ਦੇ ਕਿਨਾਰੇ ਇਟਾਵਾ ਸ਼ਹਿਰ ਵਿੱਚ ਅੱਜ ਵੀ ਉਹਨਾਂ ਦੀ ਸਮਾਧੀ ਹੈ, ਜੋ ਇੱਕ ਆਸ਼ਰਮ ਦਾ ਰੂਪ ਲੈ ਚੁੱਕੀ ਹੈ। ਤਾਂ ਦੋਸਤੋ, ਅੱਜ ਦੀ ਇਹ ਕਹਾਣੀ ਦਰਸਾਉਂਦੀ ਹੈ ਕਿ ਇੱਕ ਆਦਮੀ ਦੇ ਉੱਤੇ ਕਹਾਣੀ ਦਾ ਇੰਨਾ ਅਸਰ ਵੀ ਹੋ ਸਕਦਾ ਹੈ ਕਿ ਉਹਦੀ ਪੂਰੀ ਜ਼ਿੰਦਗੀ ਬਦਲ ਜਾਏ। ਤੇ ਦੋਸਤੋ, ਇਸ ਤਰ੍ਹਾਂ ਦੀ ਹੋਰ ਵੀ ਕਹਾਣੀਆਂ ਸੁਣਨ ਵਾਸਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਕਹਾਣੀ ਅੱਛੀ ਲੱਗੀ ਤੇ ਇਹਨੂੰ ਲਾਈਕ ਕਰੋ। ਤਾਂ ਮਿਲਦੇ ਹਾਂ ਤੁਹਾਨੂੰ ਆਪਣੀ ਅਗਲੀ ਕਹਾਣੀ 'ਚ। ਤਾਂ ਤੱਕ ਰੱਬ ਰਾਖਾ।